ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ ਖ਼ਾਬ ਸੁਣ ਕੇ ਇੱਕ ਲਮਹੇ ਲਈ ਚੁੱਪ ਹੋ ਗਏ। ਇੰਜ ਲੱਗਦਾ ਪਿਆ ਜਿਵੇਂ ਉਹ ਕਿਸੇ ਦੂਜੇ ਦੀ ਗੱਲ ਸੁਣ ਰਹੇ ਹੋਣ। ਹਜ਼ਰਤ ਜਿਬਰਾਈਲ ਜਦੋਂ ਵੀ ਅੱਲਾ ਦਾ ਪੈਗਾਮ ਲੈ ਕੇ ਆਉਂਦੇ ਸਨ ਤੇ ਨਬੀ ਕਰੀਮ ਇਸੇ ਤਰ੍ਹਾਂ ਚੁੱਪ ਹੋ ਜਾਇਆ ਕਰਦੇ ਸਨ। ਸਿਲਸਿਲਾ ਹੈ ਕਰਬਲਾ ਦੀਆਂ ਕਹਾਣੀਆਂ। ਅੱਜ ਦੀ ਕਹਾਣੀ 5ਵਾਂ ਸਿਤਾਰਾ। ਉਹਨਾਂ ਨੇ ਉਹ ਖ਼ਾਬ ਰਾਤ ਦੇ ਆਖਰੀ ਪਹਿਰ ਵੇਖਿਆ ਸੀ। ਅਜੀਬ ਵਹਿਸ਼ਤਨਾਕ ਖ਼ਾਬ ਸੀ। ਉਹਨਾਂ ਦਾ ਪੂਰਾ ਜਿਸਮ ਪਸੀਨੇ ਵਿੱਚ ਨਹਾਤਾ ਹੋਇਆ ਸੀ ਤੇ ਦਿਲ ਦੀ ਧੜਕਨ ਬੇਕਾਬੂ ਹੋ ਰਹੀ ਸੀ। ਸੁੱਤੇ ਸੁੱਤੇ ਉੱਠ ਕੇ ਉਹਨਾਂ ਨੇ ਪਾਣੀ ਪੀਤਾ ਤੇ ਹਾਲਤ ਜ਼ਰਾ ਸੰਭਲੀ। ਹੁਣ ਨਾਮਾਲੂਮ ਅੰਦੇਸ਼ਿਆਂ ਉਹਨਾਂ ਉੱਤੇ ਖੌਫ ਤਾਰੀ ਕਰ ਦਿੱਤਾ। ਖ਼ਾਬ ਇੰਜ ਦਾ ਹੈ ਜੇ ਹਕੀਕਤ ਲੱਗਦਾ, ਪਰ ਉਮੁਲ ਫਜ਼ਲ ਇਸ ਹਕੀਕਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਭਲਾ ਇੰਜ ਕਿਵੇਂ ਹੋ ਸਕਦਾ ਹੈ ਕਿ ਕਿਸੇ ਦੇ ਜਿਸਮ ਦਾ ਟੁਕੜਾ ਕੱਟ ਕੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ ਜਾਵੇ। ਉਹਨਾਂ ਨੇ ਖ਼ਾਬ ਵੇਖਿਆ ਸੀ ਕਿ ਅੱਲਾ ਦੇ ਰਸੂਲ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਸਮ ਮੁਬਾਰਕ ਦਾ ਇੱਕ ਟੁਕੜਾ ਕੱਟ ਕੇ ਉਹਨਾਂ ਦੀ ਝੋਲੀ ਵਿੱਚ ਰੱਖ ਦਿੱਤਾ ਗਿਆ ਹੈ। ਉਮੁਲ ਫਜ਼ਲ ਦਾ ਦਿਲ ਕਿਸੇ ਅਣਜਾਣੇ ਖੌਫ ਨਾਲ ਲਰਜ਼ ਰਿਹਾ ਸੀ। ਘੁੰਮ ਫਿਰ ਕੇ ਉਹਨਾਂ ਦਾ ਧਿਆਨ ਅੱਲਾ ਦੇ ਰਸੂਲ ਦੇ ਪਾਸੇ ਜਾਂਦਾ ਸੀ। ਭਈ ਉਹਨਾਂ ਦੀ ਜਾਨ ਦੇ ਦੁਸ਼ਮਣ ਬੇਸ਼ੁਮਾਰ ਸਨ। ਕੁਫਾਰ, ਮੁਸ਼ਰਿਕੀਨ ਤੇ ਮੁਨਾਫਕੀਨ ਸਾਰੇ ਹੀ ਅੱਲਾ ਦੇ ਰਸੂਲ ਦੇ ਖੂਨ ਦੇ ਪਿਆਸੇ ਸਨ। ਮਸਜਿਦ ਨਬਵੀ ਵਿੱਚ ਅਜ਼ਾਨੇ ਫਜਰ ਦੀ ਆਵਾਜ਼ ਬੁਲੰਦ ਹੋਈ ਤੇ ਉਮੁਲ ਫਜ਼ਲ ਆਪਣੇ ਖਿਆਲਾਂ ਵਿੱਚੋਂ ਨਿਕਲੀਆਂ ਤੇ ਨਮਾਜ਼ ਦੀ ਤਿਆਰੀ ਵਿੱਚ ਮਸਰੂਫ ਹੋ ਗਈਆਂ। ਉਹਨਾਂ ਦਾ ਦਿਲ ਬੁਝਿਆ ਸੀ। ਉਹ ਛੇਤੀ ਰਸੂਲ ਅਕਰਮ ਦੀ ਖਿਦਮਤ ਵਿੱਚ ਹਾਜ਼ਰ ਹੋਣਾ ਚਾਹੁੰਦੀਆਂ ਸਨ ਤਾਂ ਜੇ ਉਹਨਾਂ ਨੂੰ ਆਪਣਾ ਖ਼ਾਬ ਬਿਆਨ ਕਰਨ। ਨਮਾਜ਼ ਤੋਂ ਫਾਰਗ ਹੁੰਦਿਆਂ ਸੁਬਹ ਹੋ ਗਈ। ਉਮੁਲ ਫਜ਼ਲ ਨੇ ਚਾਦਰ ਵੜੇਟੀ ਤੇ ਮਸਜਿਦ ਨਬਵੀ ਜਾਣ ਵਾਸਤੇ ਟੁਰ ਪਈਆਂ। ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਜਰ ਤੇ ਇਸ਼ਾ ਦੀ ਨਮਾਜ਼ ਦੇ ਬਾਅਦ ਥੋੜ੍ਹਾ ਜਿਹਾ ਦਰਸ ਦਿੰਦੇ ਸਨ। ਉਸ ਵੇਲੇ ਉਹ ਸਹਾਬਾ ਕਿਰਾਮ ਦੇ ਵਿਚਕਾਰ ਬੈਠੇ ਸਨ ਤੇ ਉਹਨਾਂ ਨਾਲ ਗੱਲਾਂ ਪੈ ਕਰਦੇ ਸਨ। ਉਮੁਲ ਫਜ਼ਲ ਵੀ ਇੱਕ ਗੁੱਠ ਵਿੱਚ ਜਾ ਕੇ ਬਹਿ ਗਈਆਂ। ਉਹਨਾਂ ਦੀਆਂ ਨਜ਼ਰਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰੇ ਦਾ ਤਵਾਫ ਕਰ ਰਹੀਆਂ ਸਨ। ਥੋੜ੍ਹੀ ਦੇਰ ਪਿੱਛੋਂ ਅੱਲਾ ਦੇ ਰਸੂਲ ਉੱਠ ਖਲੋਤੇ। ਉਮੁਲ ਫਜ਼ਲ ਜਲਦੀ ਨਾਲ ਉਹਨਾਂ ਦੇ ਨੇੜੇ ਆਈਆਂ। ਯਾ ਰਸੂਲ ਅੱਲਾ, ਅੱਜ ਮੈਂ ਇੱਕ ਖ਼ਾਬ ਵੇਖਿਆ ਹੈ ਕਿ ਉਹਨਾਂ ਦੀ ਆਵਾਜ਼ ਭਰਾ ਗਈ। ਅੱਲਾ ਰਹਿਮਾਨੋ ਰਹੀਮ ਹੈ, ਉਹ ਕਰਮ ਕਰੇਗਾ ਇਨਸ਼ਾਅੱਲਾ। ਤੂੰ ਖ਼ਾਬ ਬਿਆਨ ਕਰ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਲਹਿਜੇ ਵਿੱਚ ਬੜੀ ਸ਼ਫਕਤ ਸੀ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਗਰੀਬ ਤਬਕੇ ਦੇ ਲੋਕਾਂ, ਕਨੀਜ਼ਾਂ ਤੇ ਗੁਲਾਮਾਂ ਨਾਲ ਬੜੀ ਇੱਜ਼ਤ ਨਾਲ ਗੱਲ ਕਰਦੇ ਸਨ ਭਈ ਉਹ ਲੋਕ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਾ ਹੋਣ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਇਸ ਸ਼ਫਕਤ ਭਰੇ ਲਹਿਜੇ ਨੂੰ ਵੇਖ ਕੇ ਉਮੁਲ ਫਜ਼ਲ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਆਕਾ, ਮੈਂ ਇੱਕ ਖ਼ਾਬ ਵੇਖਿਆ ਹੈ ਕਿ ਉਹ ਬੋਲਦਿਆਂ ਚੁੱਪ ਹੋ ਗਈਆਂ। ਹਾਂ ਮੈਨੂੰ ਦੱਸ, ਤੂੰ ਕੀ ਖ਼ਾਬ ਵੇਖਿਆ ਹੈ? ਨਬੀ ਕਰੀਮ ਸ਼ਫਕਤ ਨਾਲ ਆਖਿਆ, ਮੈਂ ਖ਼ਾਬ ਵੇਖਿਆ ਹੈ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਸਮ ਮੁਬਾਰਕ ਦਾ ਇੱਕ ਟੁਕੜਾ ਕੱਟ ਕੇ ਮੇਰੀ ਝੋਲੀ ਵਿੱਚ ਰੱਖ ਦਿੱਤਾ ਗਿਆ ਹੈ। ਉਮੁਲ ਫਜ਼ਲ ਨੇ ਬੜੀ ਮੁਸ਼ਕਲ ਨਾਲ ਆਪਣੀ ਗੱਲ ਪੂਰੀ ਕੀਤੀ। ਉਹਨਾਂ ਦਾ ਦਿਲ ਬੁਰੀ ਤਰ੍ਹਾਂ ਕੰਬ ਰਿਹਾ ਸੀ। ਅੱਖਾਂ ਵਿੱਚੋਂ ਆਂਸੂ ਵਗ ਰਹੇ ਸਨ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ ਖ਼ਾਬ ਸੁਣ ਕੇ ਇੱਕ ਲਮਹੇ ਲਈ ਚੁੱਪ ਹੋ ਗਏ। ਇੰਜ ਲੱਗਦਾ ਜਿਵੇਂ ਉਹ ਕਿਸੇ ਦੂਜੇ ਦੀ ਗੱਲ ਸੁਣ ਰਹੇ ਹੋਣ। ਹਜ਼ਰਤ ਜਿਬਰਾਈਲ ਅਲੈਹਿਸਲਾਮ ਜਦੋਂ ਵੀ ਅੱਲਾ ਦਾ ਪੈਗਾਮ ਲੈ ਕੇ ਆਉਂਦੇ ਸਨ, ਨਬੀ ਕਰੀਮ ਇਸੇ ਤਰ੍ਹਾਂ ਚੁੱਪ ਹੋ ਜਾਇਆ ਕਰਦੇ ਸਨ। ਫਿਰ ਅਗਲੇ ਹੀ ਲਮਹੇ ਆਪ ਦੇ ਚਿਹਰੇ ਉੱਤੇ ਮੁਸਕਰਾਹਟ ਨਜ਼ਰ ਆਈ। ਇੰਜ ਲੱਗਾ ਜਿਵੇਂ ਉਹਨਾਂ ਨੂੰ ਕੋਈ ਬੜੀ ਖੁਸ਼ਖਬਰੀ ਸੁਣਨ ਮਿਲੀ ਹੋਵੇ। ਉਮੁਲ ਫਜ਼ਲ, ਤੇਰਾ ਖ਼ਾਬ ਬੜਾ ਮੁਬਾਰਕ ਹੈ। ਇਸ ਦੀ ਤਾਬੀਰ ਇਹ ਹੈ ਕਿ ਮੇਰੀ ਬੇਟੀ ਫਾਤਿਮਾ ਸਲਾਮੁੱਲਾਹ ਅਲੈਹ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਹਦੀ ਪਰਵਰਿਸ਼ ਤੂੰ ਕਰੇਂਗੀ। ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਉਮੁਲ ਫਜ਼ਲ ਨੂੰ ਦੱਸਿਆ। ਖ਼ਾਬ ਦੀ ਤਾਬੀਰ ਸੁਣ ਕੇ ਉਮੁਲ ਫਜ਼ਲ ਦਾ ਚਿਹਰਾ ਖਿੜ ਗਿਆ। ਉਹਨਾਂ ਆਪਣੇ ਅਥਰੂ ਚਾਦਰ ਦੇ ਪੱਲੂ ਨਾਲ ਪੂੰਝੇ ਤੇ ਇੱਕ ਪਾਸੇ ਹੋ ਗਈਆਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਬਾਵਕਾਰ ਅੰਦਾਜ਼ ਵਿੱਚ ਹੌਲੀ ਕਦਮ ਚੁੱਕਦੇ ਆਪਣੇ ਹੁਜਰੇ ਦੇ ਪਾਸੇ ਟੁਰ ਪਏ। ਉਮੁਲ ਫਜ਼ਲ ਆਪਣੀ ਖੁਸ਼ੀ ਤੇ ਬੜਾ ਨਾਜ਼ ਸੀ।
ਅੱਲਾਹ ਤਾਲਾ ਨੇ ਉਹਨਾਂ ਨੂੰ ਇੱਕ ਅਜਿਹੇ ਕੰਮ ਲਈ ਮੁੰਤਖਬ ਕੀਤਾ ਸੀ ਜਿਹਦੇ ਬਾਰੇ ਉਹ ਤਸੱਵਰ ਵੀ ਨਹੀਂ ਕਰ ਸਕਦੀਆਂ ਸਨ। ਜਨਾਬੇ ਫਾਤਮਾ ਦਾ ਘਰ ਤੇ ਉਹ ਘਰ ਸੀ ਜਿੱਥੇ ਫਰਿਸ਼ਤੇ ਆਉਂਦੇ ਸਨ। ਜਨਾਬੇ ਫਾਤਮਾ ਚੱਕੀ ਪੀਣ ਵਿੱਚ ਰੁੱਝੇ ਹੁੰਦੇ ਤੇ ਉਹਨਾਂ ਦੇ ਪੁੱਤਰ ਹਸਨ ਦਾ ਝੂਲਾ ਆਪਣੇ ਆਪ ਹਿੱਲਣ ਲੱਗ ਪੈਂਦਾ, ਜਿਵੇਂ ਕੋਈ ਅਣਵੇਖੀ ਤਾਕਤ ਝੂਲਾ ਝੁਲਾ ਰਹੀ ਹੋਵੇ ਕਿ ਬੱਚਾ ਉੱਠ ਨਾ ਜਾਏ। ਮਦੀਨੇ ਦੀਆਂ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਸਨ ਜਿਹੜੀਆਂ ਹਜ਼ਰਤ ਫਾਤਮਾ ਦੇ ਘਰ ਆਉਂਦੀਆਂ ਰਹਿੰਦੀਆਂ ਸਨ ਤੇ ਇਹੋ ਜਿਹੇ ਪੁਰਅਸਰਾਰ ਵਾਕੇ ਉਹਨਾਂ ਕਈ ਵਾਰੀ ਆਪਣੀਆਂ ਅੱਖਾਂ ਨਾਲ ਵੇਖੇ ਸਨ। ਕਈ ਔਰਤਾਂ ਤੇ ਫਾਤਮਾ ਸਲਾਮੁੱਲਾ ਦੇ ਘਰ ਫਰਿਸ਼ਤਿਆਂ ਦੀ ਮੌਜੂਦਗੀ ਨੂੰ ਵੀ ਮਹਿਸੂਸ ਕੀਤਾ ਸੀ। ਉਮੁਲ ਫਜ਼ਲ ਦੇ ਖ਼ਾਬ ਦੀ ਤਾਬੀਰ ਹਿਜਰਤ ਦੇ ਚੌਥੇ ਸਾਲ ਪੂਰੀ ਹੋਈ। 3 ਸ਼ਾਬਾਨ ਨੂੰ ਆਸਮਾਨੇ ਹਦਾਇਤ ਉੱਤੇ ਸਿਲਸਿਲਾ-ਏ ਹਦਾਇਤ ਦਾ 5ਵਾਂ ਸਿਤਾਰਾ ਤਲੂ ਹੋਇਆ, ਯਾਨੀ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੁਨੀਆ ਉੱਤੇ ਤਸ਼ਰੀਫ ਲਿਆਏ। ਮਦੀਨਾ ਮੁਨੱਵਰਾ ਵਿੱਚ ਹਜ਼ਰਤ ਫਾਤਮਾ ਤੋਂ ਜ਼ਹਰਾ ਤੇ ਹਜ਼ਰਤ ਅਲੀ ਅਲੈਹਿਸਲਾਮ ਦੇ ਘਰ ਈਦ ਦਾ ਸਮਾਂ ਸੀ। ਫਜਰ ਦੇ ਵੇਲੇ ਅੱਲਾਹ ਤਾਲਾ ਨੇ ਉਹਨਾਂ ਨੂੰ ਦੂਜੇ ਪੁੱਤਰ ਦੀ ਨਿਹਮਤ ਤੋਂ ਸਰਫਰਾਜ਼ ਕੀਤਾ। ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਘਰ ਤਸ਼ਰੀਫ ਲਿਆਏ। ਉਮੁਲ ਫਜ਼ਲ ਨੇ ਬੱਚੇ ਨੂੰ ਸਫੈਦ ਕੱਪੜੇ ਵਿੱਚ ਲਪੇਟ ਕੇ ਨਾਨਾ ਜਾਨ ਦੀ ਝੋਲੀ ਵਿੱਚ ਦੇ ਦਿੱਤਾ। ਨੌਮੌਲੂਦ ਬੱਚਾ ਬੇਹੱਦ ਸੋਹਣਾ ਸੀ। ਉਸ ਦਾ ਖੁੱਲ੍ਹਾ ਮੱਥਾ ਨੂਰੇ ਇਮਾਮਤ ਨਾਲ ਚਮਕ ਰਿਹਾ ਸੀ। ਨਾਨਾ ਜਾਨ ਨੇ ਬੱਚੇ ਦੇ ਮੱਥੇ ਨੂੰ ਚੁੰਮਿਆ, ਫਿਰ ਉਸ ਦੇ ਸੱਜੇ ਕੰਨ ਵਿੱਚ ਅਜ਼ਾਨ ਤੇ ਖੱਬੇ ਕੰਨ ਵਿੱਚ ਇਕਾਮਤ ਆਖੀ ਤੇ ਉਹਨੂੰ ਸੀਨੇ ਨਾਲ ਲਾ ਕੇ ਇੱਕ ਲਮਹੇ ਲਈ ਚੁੱਪ ਹੋ ਗਏ। ਫਿਰ ਆਪ ਨੇ ਬੱਚੇ ਵਾਸਤੇ ਦੁਆ ਕੀਤੀ ਤੇ ਆਖਿਆ, ਇਸ ਬੱਚੇ ਦਾ ਨਾਮ ਹੁਸੈਨ ਹੋਵੇਗਾ। ਇਹ ਨਾਂ ਅੱਲਾਹ ਤਾਲਾ ਨੇ ਰੱਖਿਆ ਹੈ। ਇਹ ਮੁਬਾਰਕ ਨਾਂ ਸਭ ਤੋਂ ਪਹਿਲਾਂ ਅਲੀ ਔਰ ਫਾਤਮਾ ਦੇ ਪੁੱਤਰ ਦਾ ਰੱਖਿਆ ਗਿਆ ਹੈ। ਇਸ ਤੋਂ ਪਹਿਲੇ ਇਸ ਨਾਂ ਦਾ ਕੋਈ ਇਨਸਾਨ ਦੁਨੀਆ ਤੇ ਪੈਦਾ ਨਹੀਂ ਹੋਇਆ। ਹਜ਼ਰਤ ਅਲੀ ਅਲੈਹਿਸਲਾਮ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਧੀ ਫਾਤਮਾ ਤੋਂ ਜ਼ਹਰਾ ਕੋਲ ਤਸ਼ਰੀਫ ਲੈ ਗਏ। ਉਹਨਾਂ ਨੇ ਬੱਚੇ ਨੂੰ ਮਾਂ ਦੀ ਝੋਲੀ ਵਿੱਚ ਦੇ ਦਿੱਤਾ। ਆਪ ਨੇ ਹਸਨ ਤੇ ਹੁਸੈਨ ਵਾਲੇ ਪਾਸੇ ਵੇਖ ਕੇ ਆਖਿਆ, ਉਮੁਲ ਫਜ਼ਲ ਕੁਝ ਕਹਿਣਾ ਚਾਹੁੰਦੀਆਂ ਸਨ ਪਰ ਚੁੱਪ ਹੋ ਗਈਆਂ। ਉਹਨਾਂ ਨੇ ਰਸੂਲੇ ਖੁਦਾ ਦੇ ਚਿਹਰੇ 'ਤੇ ਉਹ ਕੈਫੀਅਤ ਵੇਖੀ ਸੀ ਜੋ ਅੱਲਾਹ ਦਾ ਪੈਗਾਮ ਆਉਣ ਦੇ ਵਕਤ ਮਹਿਸੂਸ ਹੁੰਦੀ ਸੀ। ਉਮੁਲ ਫਜ਼ਲ ਨੇ ਵੇਖਿਆ ਕਿ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰੇ 'ਤੇ ਆਈ ਹੋਈ ਖੁਸ਼ੀ ਮੱਧਮ ਹੋ ਗਈ ਸੀ। ਆਪ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਅੱਖਾਂ ਅਥਰੂਆਂ ਨਾਲ ਭਰ ਗਈਆਂ ਸਨ। ਆਪਣੇ ਬਾਬਾ ਜਾਨ ਦੀ ਇਹ ਹਾਲਤ ਵੇਖ ਕੇ ਹਜ਼ਰਤ ਫਾਤਮਾ ਤੋਂ ਜ਼ਹਰਾ ਬੇਤਾਬ ਹੋ ਗਈਆਂ। ਉਹ ਤੇ ਆਪਣੇ ਬਾਬਾ ਦੀ ਜ਼ਰਾ ਜੀ ਤਕਲੀਫ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ ਸਨ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹੁਣ ਤਾਈਂ ਬੇਸ਼ੁਮਾਰ ਤਕਲੀਫਾਂ ਬਰਦਾਸ਼ਤ ਕੀਤੀਆਂ ਸਨ, ਪਰ ਕਦੀ ਵੀ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਵੇਖੇ ਗਏ ਸਨ। ਜਦੋਂ ਉਹ ਇਬਾਦਤ ਵਿੱਚ ਮਸਰੂਫ ਹੁੰਦੇ ਤੇ ਆਪ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਸਨ। ਬਾਬਾ ਜਾਨ, ਬਾਬਾ ਜਾਨ, ਬਾਬਾ ਜਾਨ, ਕਿ ਮੇਰੇ ਤੋਂ ਜਾਂ ਅਲੀ ਤੋਂ ਕੋਈ ਗੁਸਤਾਖੀ ਹੋ ਗਈ ਹੈ? ਹਜ਼ਰਤ ਫਾਤਮਾ ਤੋਂ ਜ਼ਹਰਾ ਨੇ ਬੜੀ ਬੇਤਾਬੀ ਨਾਲ ਪੁੱਛਿਆ। ਨਹੀਂ ਮੇਰੀ ਧੀ, ਨਹੀਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਲਾਡਲੀ ਧੀ ਦਾ ਸਿਰ ਆਪਣੇ ਸੀਨੇ ਨਾਲ ਲਾ ਲਿਆ। ਆਪ ਦੀ ਆਵਾਜ਼ ਭਰਾਈ ਹੋਈ ਸੀ, ਬੇਟੀ, ਹੁਣੇ ਜਿਬਰੀਲ ਆਏ ਸਨ। ਉਹਨਾਂ ਇਹ ਆਖਿਆ ਹੈ ਕਿ ਮੇਰਾ ਇਹ ਪੁੱਤਰ ਅੱਲਾ ਦੀ ਰਾਹ ਵਿੱਚ ਬੇਮਿਸਾਲ ਕੁਰਬਾਨੀ ਪੇਸ਼ ਕਰੇਗਾ ਕਿ ਅੱਲਾ ਦਾ ਦੀਨ ਹਮੇਸ਼ਾ ਵਾਸਤੇ ਮਹਿਫੂਜ਼ ਹੋ ਜਾਏਗਾ। ਮੇਰੇ ਇਸ ਪੁੱਤਰ ਦੀ ਕੁਰਬਾਨੀ ਦੀ ਵਜ੍ਹਾ ਤੋਂ ਕਿਆਮਤ ਤੱਕ ਪੈਦਾ ਹੋਣ ਵਾਲੇ ਕਰੋੜਾਂ ਇਨਸਾਨ ਜਹੰਨਮ ਦੀ ਅੱਗ ਤੋਂ ਮਹਿਫੂਜ਼ ਹੋ ਜਾਣਗੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਮਾਸੂਮ ਬੱਚੇ ਵੱਲ ਵੇਖਦਿਆਂ ਹੋਇਆ ਆਖਿਆ ਤੇ ਆਪ ਦੀਆਂ ਅੱਖਾਂ ਵਿੱਚ ਨਮੀ ਤੈਰਨ ਲੱਗ ਪਈ। ਬਾਬਾ ਜਾਨ, ਇਹ ਗੱਲ ਤਾਂ ਸਾਡੇ ਸਾਰਿਆਂ ਵੱਸ ਸਿਰ ਬੁਲੰਦੀ ਤੇ ਖੁਸ਼ੀ ਦੀ ਏ, ਪਰ ਤੁਹਾਡੀਆਂ ਅੱਖਾਂ ਵਿੱਚ ਅਥਰੂ? ਹਜ਼ਰਤ ਫਾਤਮਾ ਤੋਂ ਜ਼ਹਰਾ ਨੇ ਫਰਮਾਇਆ, ਹਾਂ ਬੇਟਾ, ਦੀਨ-ਏ ਇਸਲਾਮ ਹੁਸੈਨ ਦੀ ਕੁਰਬਾਨੀ ਨਾਲ ਸਰ ਬੁਲੰਦ ਹੋਵੇਗਾ ਇਨਸ਼ਾਅੱਲਾ। ਪਰ ਕੀ ਬਾਬਾ, ਮੈਨੂੰ ਦੱਸੋ, ਮੇਰਾ ਦਿਲ ਬੈਠਦਾ ਜਾ ਰਿਹਾ ਹੈ। ਹਜ਼ਰਤ ਫਾਤਮਾ ਤੋਂ ਜ਼ਹਰਾ ਨੇ ਬੇਤਾਬੀ ਨਾਲ ਪੁੱਛਿਆ। ਬੇਟੀ, ਜਿਬਰਾਈਲ ਨੇ ਦੱਸਿਆ ਏ ਕਿ ਹੁਸੈਨ ਇੱਕ ਦਿਨ ਸਹਿਰਾ ਵਿੱਚ 3 ਦਿਨ ਦਾ ਭੁੱਖਾ ਪਿਆਸਾ ਸ਼ਹੀਦ ਕੀਤਾ ਜਾਏਗਾ। ਇਸ ਤੋਂ ਪਹਿਲਾਂ ਉਸ ਦੇ ਅਜ਼ੀਜ਼ ਵ ਅਕਾਰਬ, ਦੋਸਤ ਤੇ ਵਫਾਦਾਰ ਸਾਹਬੀ ਉਹਦੀਆਂ ਅੱਖਾਂ ਦੇ ਸਾਹਮਣੇ ਇੱਕ ਇੱਕ ਕਰਕੇ ਸ਼ਹੀਦ ਕੀਤੇ ਜਾਣਗੇ।
ਉਹਨਾਂ ਦੇ ਖੈਮਿਆਂ ਨੂੰ ਅੱਗ ਲਾ ਦਿੱਤੀ ਜਾਏਗੀ। ਯਤੀਮ ਬੱਚੇ ਤੇ ਬੇਵਾ ਔਰਤਾਂ ਦੇ ਸਿਰਾਂ ਤੋਂ ਚਾਦਰਾਂ ਖੋਹ ਲਈਆਂ ਜਾਣਗੀਆਂ ਤੇ ਖਾਨਦਾਨੇ ਰਿਸਾਲਤ ਦੀਆਂ ਔਰਤਾਂ ਨੂੰ ਕੈਦੀ ਬਣਾ ਕੇ ਸਾਰੇ ਮੁਲਕ 'ਚ ਘੁਮਾਇਆ ਜਾਏਗਾ। ਨਬੀ ਕਰੀਮ ਦੀ ਆਵਾਜ਼ ਵਿੱਚ ਬੜਾ ਦਰਦ ਸੀ। ਇਹ ਸੁਣ ਕੇ ਹਜ਼ਰਤ ਫਾਤਮਾ ਤੋਂ ਜ਼ਹਰਾ ਰੋਣ ਲੱਗ ਪਈਆਂ। ਬਾਬਾ, ਕਿ ਉਸ ਜ਼ਮਾਨੇ ਵਿੱਚ ਮੁਸਲਮਾਨ ਦੁਨੀਆ ਵਿੱਚ ਨਹੀਂ ਆਉਣਗੇ? ਉਹਨਾਂ ਨੇ ਸਵਾਲ ਕੀਤਾ। ਉਹਨਾਂ ਦਾ ਖਿਆਲ ਸੀ ਲੱਖਾਂ ਮੁਸਲਮਾਨਾਂ ਦੀ ਮੌਜੂਦਗੀ ਵਿੱਚ ਰਸੂਲ ਦੇ ਨਵਾਸੇ ਨੂੰ ਕੌਣ ਕਤਲ ਕਰ ਸਕੇਗਾ। ਉਸ ਜ਼ਮਾਨੇ ਵਿੱਚ ਮੁਸਲਮਾਨਾਂ ਦੀ ਤਾਦਾਦ ਅੱਜ ਨਾਲੋਂ ਚੋਖੀ ਹੋ ਸੀ, ਪਰ ਉਹਨਾਂ ਵਿੱਚੋਂ ਚੋਖੇ ਨਾਂ ਦੇ ਮੁਸਲਮਾਨ ਹੋਣਗੇ। ਮੇਰੇ ਪੁੱਤਰ ਹੁਸੈਨ, ਉਹਦੀ ਔਲਾਦ ਤੇ ਉਹਦੇ ਅਸਹਾਬ ਨੂੰ ਕੋਈ ਦੂਜੀ ਕੌਮ ਨਹੀਂ, ਖੁਦ ਮੁਸਲਮਾਨ ਹੀ ਜ਼ੁਲਮ ਕਰਕੇ ਸ਼ਹੀਦ ਕਰਨਗੇ। ਰਸੂਲ ਕਰੀਮ ਨੇ ਅਫਸੋਸ ਭਰੇ ਲਹਿਜੇ ਵਿੱਚ ਆਖਿਆ, ਮੇਰੇ ਹੁਸੈਨ ਦਾ ਜੁਰਮ ਕੀ ਹੋਏਗਾ? ਜਨਾਬੇ ਜ਼ਹਰਾ ਨੇ ਸਵਾਲ ਕੀਤਾ। ਅੱਲਾ ਦੇ ਦੀਨ ਦੀ ਹਿਫਾਜ਼ਤ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ। ਇਹ ਕਦੋਂ ਹੋਏਗਾ ਬਾਬਾ ਜਾਨ? ਜਨਾਬੇ ਜ਼ਹਰਾ ਨੇ ਦੁਖੀ ਆਵਾਜ਼ ਵਿੱਚ ਪੁੱਛਿਆ। ਬੇਟਾ, ਇਹ ਉਸ ਵੇਲੇ ਹੋਏਗਾ ਜਦੋਂ ਦੁਨੀਆ ਵਿੱਚ ਮੈਂ ਹੋਵਾਂਗਾ, ਨਾ ਅਲੀ, ਨਾ ਤੂੰ ਹੋਵੇਂਗੀ, ਨਾ ਹਸਨ। ਹੁਸੈਨ ਇਕੱਲਾ ਸਾਰੇ ਜ਼ੁਲਮ ਬਰਦਾਸ਼ਤ ਕਰੇਗਾ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਅਥਰੂ ਉਹਨਾਂ ਦੀ ਦਾੜੀ ਮੁਬਾਰਕ ਨੂੰ ਤਰ ਕਰਦੇ ਪਏ ਸਨ। ਜਦੋਂ ਸਾਡੇ ਵਿੱਚੋਂ ਕੋਈ ਵੀ ਨਹੀਂ ਹੋਵੇਗਾ ਬਾਬਾ, ਤੇ ਮੇਰੇ ਪੁੱਤਰ ਤੇ ਰੋਵੇਗਾ ਕੌਣ? ਉਹਦੇ ਉੱਤੇ ਗੁਜ਼ਰਨ ਵਾਲੀਆਂ ਮੁਸੀਬਤਾਂ ਉੱਤੇ ਰੋਣ ਵਾਲਾ ਕੋਈ ਵੀ ਨਹੀਂ ਹੋਵੇਗਾ। ਹਜ਼ਰਤ ਜ਼ਹਰਾ ਜ਼ੋਰ ਜ਼ੋਰ ਨਾਲ ਰੋਣ ਲੱਗ ਪਈਆਂ। ਮੇਰੀ ਜਾਨ ਫਾਤਮਾ, ਇੰਜ ਨਾ ਰੋ, ਮੇਰਾ ਦਿਲ ਫਟਦਾ ਜਾਂਦਾ ਹੈ। ਅੱਲਾਹ ਤਾਲਾ ਹਰ ਦੌਰ ਵਿੱਚ ਕੁਝ ਲੋਕ ਪੈਦਾ ਕਰਦਾ ਰਹੇਗਾ ਜਿਨ੍ਹਾਂ ਦੇ ਬੁੱਢੇ ਹੁਸੈਨ ਦੇ ਸਾਥੀ ਬੁੱਢਿਆਂ ਉੱਤੇ ਤੇ ਉਹਨਾਂ ਦੀਆਂ ਔਰਤਾਂ ਉੱਤੇ, ਜਵਾਨ ਜਵਾਨਾਂ ਉੱਤੇ ਤੇ ਬੱਚੇ ਬੱਚਿਆਂ ਉੱਤੇ ਹੋਣ ਵਾਲੇ ਜ਼ੁਲਮਾਂ ਨੂੰ ਕਿਆਮਤ ਤੱਕ ਅਥਰੂ ਵਹਾਉਂਦੇ ਰਹਿਣਗੇ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ,